गुड मॉर्निंग स्टूडेंट्स। ਆਪਾਂ ਫੰਡਾਮੈਂਟਲ ਰਾਈਟਸ ਕਰਕੇ ਗਏ ਹਾਂ ਅੱਜ ਪਿੱਛੇ। ਤਾਂ ਫੰਡਾਮੈਂਟਲ ਰਾਈਟਸ ਦੇ ਨਾਲ ਸਾਡੀਆਂ ਕੁਝ ਕੁ ਡਿਊਟੀਆਂ ਵੀ ਬਣਦੀਆਂ। ਮੌਲਿਕ ਅਧਿਕਾਰਾਂ ਦੇ ਨਾਲ ਨਾਲ ਸਾਡੇ ਕੁਝ ਫਰਜ਼ ਵੀ ਬਣਦੇ ਆ ਜਿਨ੍ਹਾਂ ਨੂੰ ਕਿ ਅਸੀਂ ਫੰਡਾਮੈਂਟਲ ਡਿਊਟੀਜ਼ ਕਹਿੰਦੇ ਹਾਂ। ਇਹ ਵਾਲੀਆਂ ਫੰਡਾਮੈਂਟਲ ਡਿਊਟੀਜ਼ ਕੌਨਸਟੀਟਿਊਸ਼ਨ ਦੇ ਵਿੱਚ ਪਾਰਟ 4th A ਦੇ ਵਿੱਚ ਆਰਟੀਕਲ 51 A ਦੇ ਵਿੱਚ ਦਰਜ ਕੀਤੇ ਹੋਏ ਆ। ਰਾਜੇ ਇਹ ਵਾਲੇ ਰਾਈਟਸ ਹੈ ਜੋ ਆਪਣੀਆਂ ਡਿਊਟੀਜ਼ ਨੇ ਫੰਡਾਮੈਂਟਲ, ਇਹ ਪਹਿਲਾਂ ਕੌਨਸਟੀਟਿਊਸ਼ਨ ਦੇ ਵਿੱਚ ਲਿਖੀਆਂ ਹੋਈਆਂ ਨਹੀਂ ਸੀ। 1976 ਦੇ ਵਿੱਚ 42 ਅਮੈਂਡਮੈਂਟ ਹੋਈ ਆ, 42ਵੀਂ ਸੋਧ ਹੋਈ ਆ ਸੰਵਿਧਾਨ ਦੇ ਵਿੱਚ, ਜਦੋਂ ਕਿ ਫੰਡਾਮੈਂਟਲ ਡਿਊਟੀਜ਼ ਨੂੰ ਉਹਦੇ ਵਿੱਚ ਐਡ ਕੀਤਾ ਗਿਆ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਕੌਨਸਟੀਟਿਊਸ਼ਨ ਦੀ ਹਰੇਕ ਫੀਚਰ ਕਿਸੇ ਨਾ ਕਿਸੇ ਦੇਸ਼ ਦੇ ਕੌਨਸਟੀਟਿਊਸ਼ਨ ਤੋਂ ਅਡੋਪਟ ਕੀਤੀ ਗਈ ਆ, ਉਸੇ ਤਰ੍ਹਾਂ ਫੰਡਾਮੈਂਟਲ ਡਿਊਟੀਜ਼ ਅਡੋਪਟ ਕੀਤੀਆਂ ਗਈਆਂ USSR ਤੋਂ, ਜਿਹਨੂੰ ਅਸੀਂ ਰਸ਼ੀਆ ਵੀ ਕਹਿੰਦੇ ਹਾਂ। ਫੰਡਾਮੈਂਟਲ ਡਿਊਟੀਜ਼ ਰਿਮਾਈਂਡਰ ਟੂ ਸਿਟੀਜ਼ਨ ਆ, ਮਤਲਬ ਕਿ ਵੀ ਸਿਟੀਜ਼ਨ ਦੇ ਵਾਸਤੇ ਇੱਕ ਰਿਮਾਈਂਡਰ ਆ ਕਿ ਉਹਨਾਂ ਨੂੰ ਇਹ ਯਾਦ ਰਵੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਡਿਊਟੀਆਂ ਨੂੰ, ਆਪਦੇ ਫਰਜ਼ਾਂ ਨੂੰ ਕਿਸ ਤਰ੍ਹਾਂ ਦੇ ਨਾਲ ਨਿਭਾਉਣਾ ਹੈ। 1976 ਦੇ ਵਿੱਚ ਜੋ ਸਵਰਨ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਹੋਈ ਸੀ, ਉਹਨਾਂ ਦੇ ਦੁਆਰਾ ਫੰਡਾਮੈਂਟਲ ਡਿਊਟੀਜ਼ ਨੂੰ ਕੌਨਸਟੀਟਿਊਸ਼ਨ ਦੇ ਵਿੱਚ ਪਾਇਆ ਗਿਆ ਹੈ। ਜੇ 4th A ਲਿਖਿਆ ਹੋਇਆ ਹੈ ਜਾਂ 51 A ਲਿਖਿਆ ਹੋਇਆ ਤਾਂ ਇਹ ਦਾ ਮਤਲਬ ਅਮੈਂਡਮੈਂਟ ਹੋਈ ਹੈ, ਸੋਧ ਹੋਈ ਹੈ, ਸੋਧ ਦੇ ਦੁਆਰਾ ਹੀ ਇਹਨਾਂ ਨੂੰ ਵਿੱਚ ਦਰਜ ਕੀਤਾ ਗਿਆ ਹੈ। ਆਪਣੇ ਕੋਲ ਪਹਿਲਾਂ 10 ਫੰਡਾਮੈਂਟਲ ਡਿਊਟੀ ਸੀਗੀਆਂ, ਉਸ ਤੋਂ ਬਾਅਦ ਜਾ ਕੇ ਵਿੱਚ 11ਵੀਂ ਫੰਡਾਮੈਂਟਲ ਡਿਊਟੀ ਨੂੰ ਐਡ ਕੀਤਾ ਗਿਆ ਹੈ। ਤਾਂ 1 by 1 ਆਪਾਂ ਪੜ੍ਹਾਂਗੇ ਕਿ ਆਪਣੀਆਂ ਫੰਡਾਮੈਂਟਲ ਡਿਊਟੀਜ਼ ਹੈ ਕੀ, ਮੌਲਿਕ ਅਧਿਕਾਰ ਆਪਣੇ ਹੈ ਕੀ। Firstly है to abide by the constitution and respect its ideals, institutions, national flag and national anthem। ਫਸਟਲੀ ਕਿ ਕੌਨਸਟੀਟਿਊਸ਼ਨ ਨੂੰ ਉਹਦੀ ਆਗਿਆ ਰਿਸਪੈਕਟ ਕਰਦੇ ਹੋਏ, ਕੌਨਸਟੀਟਿਊਸ਼ਨ ਦੀ ਪਾਲਣਾ ਕਰਦੇ ਹੋਏ ਸਾਨੂੰ ਇਹਦੇ ਆਈਡੀਅਲਸ ਆ ਜਿਹੜੇ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜੋ ਵੀ ਆਈਡੀਅਲਸ ਜਿਵੇਂ ਸੋਸ਼ਲਿਜ਼ਮ ਹੋ ਗਿਆ, ਸੈਕੂਲਰਿਜ਼ਮ ਹੋ ਗਿਆ, ਠੀਕ ਹੈ। ਇੰਸਟੀਟਿਊਸ਼ਨਸ ਪਾਰਲੀਮੈਂਟ ਹੋ ਗਿਆ ਜਿਵੇਂ, ਜਾਂ ਹੋਰ ਜੁਡੀਸ਼ਰੀ ਹੋ ਗਿਆ, ਇੰਸਟੀਟਿਊਸ਼ਨ ਦੀ ਰਿਸਪੈਕਟ ਕਰਨੀ ਚਾਹੀਦੀ ਆ। ਨੈਸ਼ਨਲ ਫਲੈਗ ਅਤੇ ਨੈਸ਼ਨਲ ਐਂਥਮ, ਨੈਸ਼ਨਲ ਫਲੈਗ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸਾਨੂੰ, ਨੈਸ਼ਨਲ ਐਂਥਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਕਲੀਅਰ। ਨੈਕਸਟ ਮੂਵ ਹੁੰਦੇ ਹਾਂ, ਸੈਕਿੰਡ ਆਪਣੀ ਡਿਊਟੀ ਹੈਗੀ ਹੈ ਟੂ ਚੈਰਿਸ਼ ਐਂਡ ਫੋਲੋ ਦਾ ਨੋਬਲ ਆਈਡੀਅਲਸ ਵਿਚ ਇੰਸਪਾਇਰਡ ਦਾ ਨੈਸ਼ਨਲ ਸਟਰਗਲ ਫੋਰ ਫਰੀਡਮ। ਹਾਂਜੀ, ਚੈਰਿਸ਼ ਅਤੇ ਫੋਲੋ ਮਤਲਬ ਇੱਕੋ ਹੀ ਹੁੰਦਾ ਕਿ ਆਈਡੀਅਲਸ ਨੂੰ ਫੋਲੋ ਕਰਨਾ, ਉਹਨਾਂ ਨੂੰ ਮੰਨਣਾ, ਅਤੇ ਨਾਲ ਨਾਲ ਜਿਹੜਾ ਹੈਗਾ ਜੋ ਨੈਸ਼ਨਲ ਸਟਰਗਲ ਹੋਈ ਸੀ ਸਾਡੀ ਫਰੀਡਮ ਦੇ ਵਾਸਤੇ, ਠੀਕ ਹੈ, ਉਹਦੇ ਨਾਲ ਉਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣਾ ਕਿ ਕਿਸ ਤਰ੍ਹਾਂ ਇਹ ਨਾਲ ਫਰੀਡਮ ਫਾਈਟਰਸ ਨੇ ਜੋ ਸਟਰਗਲ ਕਰਕੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ, ਤਾਂ ਉਹਨਾਂ ਚੀਜ਼ਾਂ ਦੀ ਰਿਸਪੈਕਟ ਕਰਨੀ। ਨੈਕਸਟ ਟੂ ਅਪਹੋਲਡ ਐਂਡ ਪ੍ਰੋਟੈਕਟ ਦਾ ਸੋਵਰਨਟੀ, ਯੂਨਿਟੀ, ਇੰਟੀਗ੍ਰਿਟੀ ਆਫ ਇੰਡੀਆ। ਇੰਡੀਆ ਦੀ ਜੋ ਸੋਵਰਨਟੀ ਮਤਲਬ ਸਰਵਉੱਚਤਾ, ਕਿ ਇੰਡੀਆ ਹੈ ਜਿਹੜਾ ਇੰਟਰਨਲ ਐਕਸਟਰਨਲ ਅਫੇਅਰ ਤੋਂ ਫਰੀ ਹੈ, ਵੀ ਕਿਸੇ ਦੇ ਦਬਾਅ ਦੇ ਅਧੀਨ ਆਪਦੇ ਡਿਸੀਜ਼ਨ ਨਹੀਂ ਲੈਂਦਾ ਹੋਗਾ, ਠੀਕ ਹੈ। ਤਾਂ ਉਸ ਦੀ ਜੋ ਵੀ ਸਰਵਉੱਚਤਾ ਹੈ, ਏਕਤਾ ਹੈ ਅਤੇ ਜੋ ਅਖੰਡਤਾ ਹੈ ਉਸ ਨੂੰ ਬਰਕਰਾਰ ਰੱਖਣਾ, ਕਿ ਜੇ ਇੰਡੀਆ ਦੇ ਵਿੱਚ ਡਾਈਵਰਸਿਟੀਜ਼ ਹੈਗੀਆਂ ਵੀ ਆ ਤਾਂ ਵੀ ਉਹ ਇਕਜੁੱਟ ਹੋ ਕੇ ਰਹਿਣਾ, ਸਾਰੇ ਜਾਤਾਂ ਧਰਮਾਂ ਦੇ ਲੋਕ ਜਿਵੇਂ ਰਹਿੰਦੇ ਆ ਤਾਂ ਉਹਨਾਂ ਦੇ ਵਿੱਚ ਯੂਨਿਟੀ ਹੋਵੇ, ਠੀਕ ਹੈ। ਯੂਨਿਟੀ ਦੇ ਨਾਲ ਨਾਲ ਇੰਡੀਆ ਦੀ ਜੋ ਸੋਵਰਨਟੀ ਹੈ, ਜੋ ਵੀ ਇੰਟੀਗ੍ਰਿਟੀ ਆ, ਉਸ ਨੂੰ ਬਰਕਰਾਰ ਰੱਖਣਾ, ਪ੍ਰੋਟੈਕਟ ਕਰਨਾ। ਫੋਰਥ ਟੂ ਡਿਫੈਂਡ ਦਾ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ ਵੈਨ ਕਾਲਡ ਅਪ ਟੂ ਡੂ ਸੋ। ਦੇਸ਼ ਨੂੰ ਦੀ ਸੁਰੱਖਿਆ ਕਰਨੀ ਦੇਸ਼ ਦੀ, ਠੀਕ ਹੈ, ਨੈਸ਼ਨਲ ਸਰਵਿਸ ਦੇ ਵਿੱਚ ਆਪਣਾ ਯੋਗਦਾਨ ਦੇਣਾ ਜਦੋਂ ਵੀ ਕਿਤੇ ਲੋੜ ਪੈ ਜਾਵੇ। ਫਿਫਥ ਫੰਡਾਮੈਂਟਲ ਡਿਊਟੀ ਟੂ ਪ੍ਰਮੋਟ ਹਾਰਮਨੀ ਐਂਡ ਸਪਿਰਿਟ ਆਫ ਕਾਮਨ ਬ੍ਰਦਰਹੁੱਡ ਅਮੰਗਸਟ ਆਲ ਦਾ ਪੀਪਲ ਆਫ ਇੰਡੀਆ, transcending religious, linguistic, regional, sectional diversities, to renounce practice derogatory to the dignity of women। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਹੈ
ਕਹਿੰਦੇ ਕਿ ਪ੍ਰੋਟੈਕਟ ਦਾ ਹਾਰਮਨੀ, ਜੋ ਭਾਈਚਾਰਾ ਹੈ ਸਾਡਾ ਹੈ ਨਾ, ਉਸ ਨੂੰ ਪ੍ਰੋਟੈਕਟ ਕਰਨਾ, ਬਣਾਈ ਰੱਖਣਾ, ਕਾਮਨ ਬ੍ਰਦਰਹੁੱਡ ਨੂੰ ਬਣਾਈ ਰੱਖਣਾ, ਸ਼ਾਂਤੀ ਦੀ ਭਾਵਨਾ ਬਣਾਈ ਰੱਖਣਾ ਸਾਰੇ ਇੰਡੀਆ ਦੇ ਵਿੱਚ। ਕਿਉਂਕਿ ਇੰਡੀਆ ਦੇ ਵਿੱਚ ਅਲੱਗ-ਅਲੱਗ ਜੋ ਰਾਜਾਂ ਦੇ ਭਾਸ਼ਾਵਾਂ ਦੇ ਲੋਕ ਰਹਿੰਦੇ ਆ, ਠੀਕ ਹੈ। ਇਹਨਾਂ ਵਿੱਚ ਬਹੁਤ ਸਾਰੀਆਂ ਡਾਈਵਰਸਿਟੀਜ਼ ਆ, ਬਹੁਤ ਸਾਰੀਆਂ ਭਿੰਨਤਾਵਾਂ ਹੈ, ਪਰ ਉਸ ਦੇ ਬਾਵਜੂਦ ਵੀ ਭਾਈਚਾਰੇ ਨੂੰ, ਸਹਿਚਾਰ ਨੂੰ ਬਣਾ ਕੇ ਰੱਖਣਾ ਅਤੇ ਵਿਮਨ ਦੇ ਖਿਲਾਫ ਹੋ ਰਹੀ ਕਿਸੇ ਵੀ ਅਤਿਆਚਾਰ ਨੂੰ ਨਾ ਹੋਣ ਦੇਣਾ, ਵਿਮਨ ਨੂੰ ਉਸ ਚੀਜ਼ ਤੋਂ ਪ੍ਰੋਟੈਕਟ ਕਰਨਾ, ਕਿਸੇ ਤਰ੍ਹਾਂ ਦੀ ਵੀ ਕਰੂਅਲਟੀ ਵਿਮਨ ਦੇ ਨਾਲ ਨਾ ਹੋਣ ਦੇਣਾ। ਨੈਕਸਟ ਆ ਜਾਂਦਾ ਏ 6 ਫੰਡਾਮੈਂਟਲ ਡਿਊਟੀ ਹੈ ਆਪਣੀ, to value and preserve the rich heritage of our composite culture। ਪ੍ਰਜ਼ਰਵ ਕਰਨਾ, ਸਾਂਭ ਕੇ ਰੱਖਣਾ, ਨਾਲ ਉਹਦੀ ਰਿਸਪੈਕਟ ਕਰਨੀ, ਰਿਚ ਹੈਰੀਟੇਜ ਸਾਡਾ ਜੋ ਅਮੀਰ ਵਿਰਸਾ ਹੈ, ਕੰਪੋਸਾਈਟ ਕਲਚਰ ਦਾ ਕਿ ਅਲੱਗ-ਅਲੱਗ ਜਿਹੜੇ ਹੈਗੇ ਆ ਕਲਚਰ ਦੇ, ਸੱਭਿਆਚਾਰ ਦੇ ਲੋਕ ਰਹਿੰਦੇ ਆ, ਤਾਂ ਉਹਨਾਂ ਦਾ ਮਿਕਸ ਕਲਚਰ ਹੋ ਗਿਆ, ਕੰਪੋਸਾਈਟ ਕਲਚਰ ਹੋ ਗਿਆ, ਤਾਂ ਉਸ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖਣਾ। ਨੈਕਸਟ, to protect and improve the national environment including forests, lake, river, wildlife, and to have compassion for living creatures। ਹਾਂਜੀ, ਕਹਿੰਦੇ ਕਿ ਜੋ ਨੈਸ਼ਨਲ ਇਨਵਾਇਰਮੈਂਟ ਆ ਸਾਡਾ, ਉਸ ਨੂੰ ਸੁਧਾਰਨਾ, ਉਸ ਨੂੰ ਪ੍ਰੋਟੈਕਟ ਕਰਨਾ, ਜਿਹਦੇ ਵਿੱਚ ਕੀ ਆਉਂਦਾ ਹੈ, ਜੰਗਲ ਵੀ ਆ ਜਾਂਦੇ ਆ, ਲੇਕਸ ਵਗੈਰਾ, ਰਿਵਰ, ਜੰਗਲੀ ਜੀਵਨ ਆ ਗਿਆ, ਅਤੇ ਨਾਲ ਲਿਵਿੰਗ ਕ੍ਰੀਏਚਰ ਨੂੰ ਵੀ ਪਿਆਰ ਕਰਨਾ, ਉਹਨਾਂ ਨੂੰ ਵੀ ਉਹਨਾਂ ਦੇ ਪ੍ਰਤੀ ਕਰੂਅਲ ਨਾ ਹੋਣਾ, ਇਹ ਵੀ ਆਪਣਾ ਫੰਡਾਮੈਂਟਲ ਡਿਊਟੀ ਆ ਜਾਂਦੀ ਹੈ। ਨੈਕਸਟ 8th ਗੱਲ ਕਰਦੇ ਹਾਂ, ਟੂ ਡਿਵੈਲਪ ਸਾਇੰਟੀਫਿਕ ਟੈਂਪਰ, ਹਿਊਮੈਨਿਜ਼ਮ ਐਂਡ ਸਪਿਰਿਟ ਆਫ ਇਨਕੁਆਇਰੀ ਐਂਡ ਰਿਫੋਰਮ। ਸਾਇੰਟੀਫਿਕ ਟੈਂਪਰ ਦਾ ਮਤਲਬ ਕੀ ਹੈ ਕਿ ਅੰਧ ਵਿਸ਼ਵਾਸਾਂ ਨੂੰ ਛੱਡਣਾ, ਕਿਸੇ ਵੀ ਚੀਜ਼ ਨੂੰ ਲੈ ਕੇ ਲੌਜਿਕ ਕਰਨਾ, ਤਰਕ ਦੇ ਆਧਾਰ 'ਤੇ ਸੋਚਣਾ, ਜੋ ਪੁਰਾਣੇ ਅੰਧ ਵਿਸ਼ਵਾਸ ਆ ਉਹਨਾਂ ਨੂੰ ਛੱਡ ਦੇਣਾ, ਸਾਇੰਟੀਫਿਕ ਤਰੀਕੇ ਦੇ ਨਾਲ ਸੋਚਣਾ, ਹਿਊਮੈਨਿਜ਼ਮ ਇਨਸਾਨੀਅਤ ਨੂੰ ਸਮਝਣਾ, ਸਪਿਰਿਟ ਆਫ ਰਿਫੋਰਮ ਐਂਡ ਇਨਕੁਆਇਰੀ ਜੋ ਬਦਲਾਵ ਦੀ ਭਾਵਨਾ ਹੈ ਆਪਣੇ ਮਨ ਦੇ ਵਿੱਚ ਹਮੇਸ਼ਾ ਰੱਖਣਾ ਕਿ ਕੋਈ ਨਾ ਕੋਈ ਨਵਾਂ ਚੇਂਜ, ਪੋਜ਼ੀਟਿਵ ਚੇਂਜ ਲਿਆਂਦਾ ਜਾ ਸਕੇ। ਨੈਕਸਟ, ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਐਡਜੋਰ ਵਾਇਲੈਂਸ। ਪਬਲਿਕ ਪ੍ਰੋਪਰਟੀ ਦੇ ਸੇਫਗਾਰਡ ਬਣਨਾ, ਉਸ ਨੂੰ ਸੰਭਾਲ ਕੇ ਰੱਖਣਾ, ਜੋ ਸਾਡੀ ਜਿਹੜੀ ਹੈਗੀ ਆ ਪਬਲਿਕ ਪ੍ਰੋਪਰਟੀ ਹੁੰਦੀ ਹੈ ਉਸ ਨੂੰ ਸੰਭਾਲ ਕੇ ਰੱਖਣਾ, ਅਤੇ ਸਰਵਜਨਕ ਸੰਪਤੀ ਨੂੰ ਸੰਭਾਲ ਕੇ ਰੱਖਣਾ, ਵਾਇਲੈਂਸ ਨੂੰ ਰੋਕਣਾ, ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨਾ ਤਾਂ ਆਪ ਕਰਨੀ ਹੈ, ਅਤੇ ਜੇ ਕਿਸੇ ਦੁਆਰਾ ਹੋ ਰਹੀ ਹੈ ਤਾਂ ਉਸ ਨੂੰ ਰੋਕਿਆ ਜਾਵੇ। 10th ਆ ਜਾਂਦਾ ਹੈ, to strive toward excellence in all spheres of individual and collective activities so that the national constantly rise higher level of endure and achievements। ਐਕਸੀਲੈਂਸ ਲੈਣੀ, ਕਿਸੇ ਵੀ ਸਫੇਅਰ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਹੈ, ਇੰਡੀਵਿਜੂਅਲੀ ਤੁਸੀਂ ਉਹਦੇ ਵਿੱਚ ਐਕਸੀਲੈਂਸ ਪ੍ਰਾਪਤ ਕਰੋ, ਪੂਰੀ ਮਹਾਰਤ ਪ੍ਰਾਪਤ ਕਰੋ। ਜੇ ਇੱਕ ਇੰਡੀਵਿਜੂਅਲ ਦੇ ਵਿੱਚ ਮਹਾਰਤ ਹੋਊਗੀ ਤਾਂ ਹੀ ਜਾ ਕੇ ਕਲੈਕਟਿਵਲੀ ਤੁਸੀਂ ਐਕਸੀਲੈਂਸ ਪ੍ਰਾਪਤ ਕਰ ਸਕਦੇ ਆ। ਇੱਕ ਬੰਦਾ ਆਪਣੇ ਕੰਮ ਦੇ ਵਿੱਚ ਮਹਾਰਤ ਰੱਖਦਾ ਹੋਊਗਾ ਤਾਂ ਪੂਰਾ ਗਰੁੱਪ ਆਪਣੇ ਕੰਮ ਦੇ ਵਿੱਚ ਮਹਾਰਤ ਰੱਖ ਸਕਦਾ ਹੈ, ਜਿਸ ਦੇ ਨਾਲ ਕਿ ਜੋ ਵੀ ਰਾਈਜ਼ ਅਪ ਹੋਊਗਾ ਸਾਡਾ ਲੈਵਲ, ਸਾਡੀਆਂ ਅਚੀਵਮੈਂਟਸ ਆ ਜਿਹੜੀਆਂ ਉਹ ਵਧਣ। ਸੋ ਇਹ ਸ਼ੁਰੂ ਕਿੱਥੋਂ ਹੋਊਗਾ, ਇੰਡੀਵਿਜੂਅਲ ਤੋਂ। ਸਾਰੇ ਸਫੇਅਰਸ, ਜਿੰਨੇ ਵੀ ਪੱਖ ਆ, ਸਾਰੇ ਸਫੇਅਰਸ ਦੇ ਵਿੱਚ, ਸਾਰੇ ਕੰਮਾਂ ਦੇ ਵਿੱਚ ਐਕਸੀਲੈਂਸ ਹਾਸਲ ਕਰਨਾ। ਇਹ ਆਪਣੇ 10 ਫੰਡਾਮੈਂਟਲ ਡਿਊਟੀਜ਼ ਸੀਗੀਆਂ। ਉਸ ਤੋਂ ਬਾਅਦ ਜਿਹੜੀ 11th ਫੰਡਾਮੈਂਟਲ ਡਿਊਟੀ ਬਾਅਦ ਵਿੱਚ ਐਡ ਹੋਈ ਹੈ ਉਹ ਕੀ ਹੈ, ਉਹ ਹੈ ਕਿ ਹੂ ਇਜ਼ ਪੇਰੈਂਟ ਔਰ ਗਾਰਡੀਅਨ ਟੂ ਪ੍ਰੋਵਾਈਡ ਓਪਰਚੁਨਿਟੀਜ਼ ਫॉर ਐਜੂਕੇਸ਼ਨ ਟੂ ਹਿਜ਼ ਚਾਈਲਡ ਔਰ ਐਜ਼ ਦਾ ਕੇਸ ਮੇ ਬੀ ਵਾਰਡ ਬਿਟਵੀਨ ਦਾ ਏਜ ਆਫ 6 to 14 ਈਅਰ। ਹਾਂਜੀ, ਇਹਦੇ ਵਿੱਚ ਕੀ ਹੈ ਕਿ ਕੋਈ ਪੇਰੈਂਟਸ ਜਾਂ ਕੋਈ ਗਾਰਡੀਅਨ ਹੈ ਬੱਚੇ ਦਾ, ਤਾਂ ਉਹ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਪ੍ਰੋਵਾਈਡ ਕਰੂਗਾ। ਐਜੂਕੇਸ਼ਨ ਦਾ ਅਧਿਕਾਰ ਹੈ ਜਿਹੜਾ, ਉਹ ਵੀ ਸਾਡਾ ਇੱਕ ਮੌਲਿਕ ਕਰਤੱਵ ਦੇ ਵਿੱਚ ਆ ਜਾਂਦਾ ਹੈ ਕਿ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਦੁਆਰਾ, ਉਹਨਾਂ ਦੇ ਗਾਰਡੀਅਨ ਦੇ ਦੁਆਰਾ ਜੋ ਸਿੱਖਿਆ ਦਾ ਅਧਿਕਾਰ ਆ ਉਹ ਦਿੱਤਾ ਜਾਊਗਾ, ਸਿੱਖਿਆ ਪ੍ਰਦਾਨ ਕਰਵਾਉਣ ਵਿੱਚ ਇਹਨਾਂ ਦੀ ਹੈਲਪ ਕੀਤੀ ਜਾਊਗੀ 6 ਤੋਂ 14 ਈਅਰ ਤੱਕ ਦੇ ਚਿਲਡਰਨ ਨੂੰ। ਸੋ ਇਹ ਹੋ ਗਏ ਆਪਣੇ ਜੋ ਮੌਲਿਕ ਅਧਿਕਾਰ ਨੇ, ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ ਕਿ ਜੇਕਰ ਆਪਾਂ ਨੂੰ ਫੰਡਾਮੈਂਟਲ
ਰਾਈਟਸ ਮਿਲੇ ਹੋਏ ਆ ਕੌਨਸਟੀਟਿਊਸ਼ਨ ਦੇ ਵੱਲੋਂ ਦਿੱਤੇ ਹੋਏ ਆਪਾਂ ਨੂੰ ਉਹਨਾਂ ਨੂੰ ਇੰਜੋਏ ਕਰ ਰਹੇ ਹਾਂ, ਤਾਂ ਉਹਨਾਂ ਨੂੰ ਇੰਜੋਏ ਕਰਨ ਦੇ ਨਾਲ ਨਾਲ ਸਾਡੇ ਸੁਸਾਇਟੀ ਦੇ ਪ੍ਰਤੀ ਕੁਛ ਕੁ ਫਰਜ਼ ਵੀ ਬਣਦੇ ਆ ਕਿ ਅਸੀਂ ਆਪਦੀਆਂ ਡਿਊਟੀਜ਼ ਨੂੰ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਪੂਰਾ ਕਰੀਏ। ਸੋ ਇਹਦੇ ਵਿੱਚ ਇਹ ਸਾਰੀਆਂ ਬਹੁਤ ਹੀ ਇੰਪੋਰਟੈਂਟ ਫੰਡਾਮੈਂਟਲ ਡਿਊਟੀਜ਼ ਆ ਰਾਜੇ। ਇੱਕ ਵਾਰ ਫਿਰ ਮੈਂ ਰਿਕਾਲ ਕਰਾ ਦਿਆਂ, ਪਾਰਟ 4 ਆਰਟੀਕਲ 51 ਦੇ ਵਿੱਚ ਪਹਿਲਾਂ ਇਹ ਨਹੀਂ ਸੀ, 42 ਅਮੈਂਡਮੈਂਟ ਦੇ ਰਾਹੀਂ ਜਿਹੜਾ ਹੈਗਾ 1976 ਦੇ ਵਿੱਚ ਜੋ ਹੋਈ ਸੀ ਉਹਦੇ ਰਾਹੀਂ ਇਹਨਾਂ ਨੂੰ ਐਡ ਕੀਤਾ ਗਿਆ ਹੈ। ਰਾਜੇ ਵਨ ਮੋਰ ਥਿੰਗ ਕਿ ਜੋ ਇਹ ਫੰਡਾਮੈਂਟਲ ਡਿਊਟੀਜ਼ ਆ ਇਹ ਲੀਗਲੀ ਆਪਣੇ ਉੱਤੇ ਥੋਪੀਆਂ ਨਹੀਂ ਗਈਆਂ ਹੋਈਆਂ, ਇਹ ਜਸਟ ਮੋਰਲ ਡਿਊਟੀਜ਼ ਆ ਅਤੇ ਇਹਨਾਂ ਦੇ ਪਿੱਛੇ ਮੋਰਲ ਫੋਰਸਸ ਆ, ਨੈਤਿਕ ਸ਼ਕਤੀਆਂ ਹੀ ਆ ਇਹਨਾਂ ਦੇ ਪਿੱਛੇ ਕਿ ਇਹ ਸਾਨੂੰ ਇੱਕ ਰਿਸਪੋਂਸੀਬਿਲਿਟੀ ਦੀ ਭਾਵਨਾ ਸਾਡੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਡਿਊਟੀਜ਼ ਨੂੰ ਆਪਣੇ ਫਰਜ਼ਾਂ ਨੂੰ ਅਧਿਕਾਰਾਂ ਦੇ ਨਾਲ ਨਾਲ ਅਧਿਕਾਰਾਂ ਨੂੰ ਇੰਜੋਏ ਕਰਦੇ ਹੋਏ ਇਹਨਾਂ ਫਰਜ਼ਾਂ ਨੂੰ ਵੀ ਅਸੀਂ ਪੂਰਾ ਕਰੀਏ। ਸੋ ਇਹ ਕਿਸੇ ਦੇ ਦੁਆਰਾ ਸਾਨੂੰ ਥੋਪੇ ਨਹੀਂ ਗਏ ਹੈਗੇ। Thanks. Have a nice day.